ਸ਼੍ਰੀਲੰਕਾ ਦੇ ਆਰਥਿਕ ਹਾਲਾਤ ਦੇ ਅੱਗੇ ਪੰਜਾਬ ਨੂੰ ਆਪਾਂ ਕਿਸ ਤਰ੍ਹਾਂ ਦੇਖਦੇ ਹਾਂ? ਨੋ ਡਾਊਟ ਕਿ ਪੰਜਾਬ ਵੀ ਜਿਹੜੀ ਸਟੇਟ ਸਾਡੀ ਆ ਉਹ ਕਰਜ਼ੇ ਥੱਲੇ ਆ। 3 ਲੱਖ ਕਰੋੜ ਦਾ ਲਗਭਗ ਕਰਜ਼ਾ ਜਿਹੜਾ ਹੈਗਾ ਆ। ਜੇ ਹੁਣ ਕਰਜ਼ਾ ਵਾਲੀ ਸਟੇਟ ਆ ਜਿਹਦੇ ਤੇ ਸਿਰ ਤੇ ਕਰਜ਼ਾ ਹੈਗਾ, ਉਹਨੂੰ ਰਨ ਕਰਨ ਲਈ ਵੀ ਤੁਹਾਨੂੰ ਕਰਜ਼ਾ ਲੈਣਾ ਪੈਂਦਾ ਕਿਉਂਕਿ ਪਹਿਲੇ 3 ਮਹੀਨਿਆਂ ਦੇ ਵਿੱਚ ਇਹਨਾਂ ਨੇ 8000 ਕਰੋੜ ਦਾ ਕਰਜ਼ਾ ਲਿਆ। ਫ੍ਰੀ ਦਾ ਰਾਸ਼ਨ, ਫ੍ਰੀ ਦੀ ਬਿਜਲੀ ਔਰ ਮਹਿਲਾਵਾਂ ਨੂੰ ਜੋ ਇਹਨਾਂ ਦੇ ਮਾਸਿਕ ਭੱਤਾ ਦੇ ਰਹੇ ਨੇ, ਕਿਤੇ ਨਾ ਕਿਤੇ ਸੂਬੇ ਦੀ ਜੋ ਰੈਵਨਿਊ ਆ ਉਸ 'ਤੇ ਕਿਤੇ ਨਾ ਕਿਤੇ ਢਾਹ ਲੱਗ ਰਹੀ। ਸੌਟ ਆਊਟ ਕਰਨ ਦੇ ਲਈ ਕੋਈ ਠੋਸ ਪਲਾਨਿੰਗ ਨਾ ਲਿਆਂਦੀ ਜਾਂ ਇਸ ਨੂੰ ਖਤਮ ਕਰਨ ਦੇ ਲਈ ਅਸੀਂ ਪਹਿਲ ਕਦਮੀਆਂ ਨਾ ਕੀਤੀਆਂ ਜਿਹੜੀਆਂ ਕਿ ਲੋੜੀਂਦੀਆਂ ਨੇ, ਤਾਂ ਫਿਰ ਇਹ ਜਿਹੜੇ ਕ੍ਰਾਈਸਿਸ ਤੱਕ ਪਹੁੰਚਣ ਨੂੰ ਬਾਹਲਾ ਸਮਾਂ ਨਹੀਂ ਲੱਗੇਗਾ। ਜਨਤਾ ਦਾ ਇੰਨਾ ਭਾਰੀ ਆਕਰੋਸ਼ ਕਿ ਉਹ ਰਾਸ਼ਟਰਪਤੀ ਭਵਨ ਤੱਕ ਪਹੁੰਚ ਗਏ, ਉਹਨਾਂ 'ਤੇ ਵੀ ਕਬਜ਼ਾ ਕਰ ਲਿਆ। ਗੁੱਸਾ ਫੈਲਣਾ ਸੁਭਾਵਿਕ ਸੀ ਔਰ ਲੋਕ ਸਿੱਧੇ ਤੌਰ 'ਤੇ ਸਮਝਦੇ ਸੀ ਵੀ ਇਹ ਸਾਡੇ ਲਈ ਇਹ ਜਿਹੜਾ ਰਾਸ਼ਟਰਪਤੀ ਆ ਇਹ ਜ਼ਿੰਮੇਵਾਰ ਆ, ਜਿਹਦੀਆਂ ਪਾਲਿਸੀਆਂ ਜਿਹਦੀਆਂ ਨੀਤੀਆਂ ਜ਼ਿੰਮੇਵਾਰ ਨੇ। ਇਹ ਕੇਂਦਰਿਤ ਰਿਹਾ ਆਪਣੇ ਪਰਿਵਾਰ ਦੇ ਉੱਤੇ। ਔਰ ਦੂਸਰਾ ਇਹ ਆ ਕਿ ਜਦੋਂ ਪਾਲਿਸੀ ਮੇਕਿੰਗ ਦੀ ਗੱਲ ਆਉਂਦੀ ਹੈ ਤਾਂ ਚਾਈਨਾ ਨੂੰ ਇਹਨਾਂ ਨੇ ਬੜੀ ਵੱਡੀ ਇੰਪੋਰਟੈਂਸ ਦਿੱਤੀ ਆ। ਟੂਰਿਜ਼ਮ ਜਿਹੜੀ ਆ ਹੱਬ ਬਣਿਆ ਹੋਇਆ ਸੀ, ਇਹ ਟੂਰਿਜ਼ਮ ਤੋਂ ਜਿਹੜੀ ਰੋਜ਼ ਇਹਨਾਂ ਨੂੰ ਸਾਰਾ ਸਾਲ ਆਮਦਨ ਆਉਂਦੀ ਸੀ ਫੋਰਨ ਕਰੰਸੀ ਰੂਪ ਵਿੱਚ, ਉਹ ਜਿਹਨਾਂ ਦਾ ਖਤਮ ਹੋ ਗਈ ਆ। ਕਰਜ਼ਾ ਨਹੀਂ ਮੋੜ ਸਕੇ। ਕਰਜ਼ੇ ਮੋੜਨ ਦੇ ਲਈ ਜਿਹੜਾ ਮੂਲ ਜਿਹੜਾ ਧਨ ਆ ਉਹਦੇ ਤੇ ਕਰਜ਼ਾ ਮੋੜਨ ਦੇ ਲਈ ਵੀ ਵਿਆਜ ਲੈਣਾ ਪੈਂਦਾ। ਸ਼੍ਰੀਲੰਕਾ ਦੇ ਆਰਥਿਕ ਹਾਲਾਤ ਨੇ, ਜੋ ਮੌਜੂਦਾ ਹਾਲਾਤ ਨੇ, ਉਹਨਾਂ ਨੂੰ ਦੇਖਦੇ ਹੋਏ ਕਈ ਦੇਸ਼ਾਂ ਨੇ ਮਦਦ ਤਾਂ ਪੇਸ਼ ਕੀਤੀ ਹੈ, ਪਰ ਉਹ ਮਦਦ ਕਿਤੇ ਨਾ ਕਿਤੇ ਹਜੇ ਤੱਕ ਕਾਮਯਾਬ ਨਹੀਂ ਹੋ ਪਾਈ ਪੂਰੀ ਤਰੀਕੇ ਨਾਲ। ਇੱਕ ਮੰਗ ਉੱਠੀ ਹੈ ਵੀ ਅਸੀਂ ਆਲ ਪਾਰਟੀ ਸਰਕਾਰ ਬਣਾਵਾਂਗੇ। ਇਹ ਪਹਿਲਾਂ ਨਹੀਂ ਤਜਰਬਾ ਹੋ ਸਕਿਆ, ਪਾਕਿਸਤਾਨ ਦੇ ਵਿੱਚ ਨਹੀਂ ਹੋ ਸਕਿਆ ਔਰ ਇੰਡੀਆ ਦੇ ਵਿੱਚ ਨਹੀਂ ਹੋ ਸਕਿਆ ਇਸ ਤਰ੍ਹਾਂ ਐਕਸਪੈਰੀਮੈਂਟ। ਨੇਪਾਲ 'ਚ ਕ੍ਰਾਈਸਿਸ ਰਹੇ, ਉਦੋਂ ਨਹੀਂ ਹੋ ਸਕਿਆ। ਇਹਨਾਂ ਹਾਲਾਤਾਂ ਦੇ ਨਾਲ ਜੂਝਦੇ, ਇਹਨਾਂ ਨੇ ਹਾਲਾਤਾਂ ਨੂੰ ਸਹੀ ਕਰਨ ਦਾ ਕੋਈ ਤਜਰਬਾ ਕਰਦੇ, ਪਰ ਉਹ ਦੇਸ਼ ਛੱਡ ਕੇ ਭੱਜ ਗਏ। ਜਦੋਂ ਤੁਸੀਂ ਕੰਮ ਹੀ ਪਬਲਿਕ ਦੇ ਹਿੱਤ 'ਚ ਨਾ ਕੀਤੇ ਹੋਣ, ਕੋਈ ਵੀ ਆ ਚਾਹੇ ਕੋਈ ਵਿਧਾਇਕ ਆ ਜਾਂ ਉਹ ਆ, ਫਿਰ ਉਹਨੂੰ ਭੱਜਣਾ ਹੀ ਪੈਂਦਾ। ਸਤਿ ਸ਼੍ਰੀ ਅਕਾਲ ਦੋਸਤੋ, ਤੁਸੀਂ ਦੇਖ ਰਹੇ ਹੋ ਦਾ ਨਿਊਜ਼ ਟੇਲਰ ਔਰ ਮੈਂ ਤੁਹਾਡਾ ਆਪਣਾ ਗੋਪਾਲ ਜਮਾਲਪੁਰੀ। ਗੱਲ ਕਰਦੇ ਹਾਂ ਸ਼੍ਰੀਲੰਕਾ ਦੇ ਆਰਥਿਕ ਹਾਲਾਤ ਦੇ, ਰਾਜਨੀਤਿਕ ਮੁੱਦਿਆਂ ਦੇ, ਜਿਨ੍ਹਾਂ ਕਰਕੇ ਸ਼੍ਰੀਲੰਕਾ ਇਸ ਸਮੇਂ ਭਾਰੀ ਆਰਥਿਕ ਸੰਕਟ ਤੋਂ ਜੂਝਦਾ ਪਿਆ ਹੈ। ਇਹਨਾਂ ਮੁੱਦਿਆਂ 'ਤੇ ਗੱਲ ਕਰਨ ਦੇ ਵਾਸਤੇ ਸਾਡੇ ਨਾਲ ਜੁੜੇ ਹੋਏ ਨੇ ਅੰਤਰਰਾਸ਼ਟਰੀ ਮੁੱਦਿਆਂ ਦੇ ਖਾਸ ਜਾਣਕਾਰੀ ਰੱਖਣ ਵਾਲੇ ਅਤੇ ਸੀਨੀਅਰ ਪੱਤਰਕਾਰ ਸਰਦਾਰ ਪਰਮਜੀਤ ਸਿੰਘ ਬਾਗੜੀਆ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਗੋਪਾਲ ਜੀ, ਤੁਹਾਡਾ ਥੈਂਕ ਯੂ ਅਦਾਰਾ ਦਾ ਨਿਊਜ਼ ਟੇਲਰ ਦਾ ਕਿ ਮੈਨੂੰ ਤੁਸੀਂ ਅਪਰੋਚ ਕੀਤਾ ਔਰ ਇਸ ਦੇ ਯੋਗ ਸਮਝਿਆ, ਅਤੇ ਜੋ ਵੀ ਤੁਹਾਡੀ ਕੁਆਰੀਜ਼ ਨੇ ਡਿਸਕਸ਼ਨ ਆਪਾਂ ਕਰਾਂਗੇ ਤੇ ਆਸ ਆ ਕਿ ਦਰਸ਼ਕਾਂ ਨੂੰ ਪਸੰਦ ਆਏਗੀ। ਜੋ ਅੱਜ ਸ਼੍ਰੀਲੰਕਾ ਦੇ ਜੋ ਇਸ ਸਮੇਂ ਆਰਥਿਕ ਹਾਲਾਤ ਹੋਏ ਪਏ ਨੇ, ਜੋ ਭਾਰੀ ਕ੍ਰਾਈਸਿਸ ਦੇ ਵਿੱਚ ਜੂਝਦਾ ਪਿਆ, ਜੋ ਉੱਥੇ ਦੇ ਨਾਗਰਿਕ ਭਾਰੀ ਸੰਕਟ ਨਾਲ ਜੂਝਦੇ ਪਏ ਨੇ, ਕੀ ਕਾਰਨ ਹੋ ਸਕਦੇ ਨੇ? ਗੋਪਾਲ ਜੀ ਦੇਖੋ, ਜਿਹੜਾ ਥੋੜ੍ਹੇ ਬੈਕਗਰਾਊਂਡ ਦੇ ਵਿੱਚ ਜਾਵਾਂਗੇ ਆਪਾਂ ਕਿ ਹਰੇਕ ਦੇਸ਼ ਦੇ ਵਿੱਚ ਜਿਹੜਾ ਰਾਜ ਪ੍ਰਬੰਧ ਆ ਉਹਦਾ ਸਿਸਟਮ ਵੱਖਰਾ ਵੱਖਰਾ। ਇੱਥੇ ਜਿਹੜੀਆਂ ਸ਼ਕਤੀਆਂ ਨੇ ਰਾਸ਼ਟਰਪਤੀ ਕੋਲ ਜ਼ਿਆਦਾ ਰਹਿੰਦੀਆਂ ਨੇ, ਔਰ ਜਿਸ ਤਰ੍ਹਾਂ ਗੋਟਾਬਾਇਆ ਰਾਜਪਕਸ਼ੇ ਔਰ ਇਹਨਾਂ ਦੇ ਬ੍ਰਦਰ ਜਿਹੜੇ ਨੇ FM ਵੀ ਰਹੇ ਨੇ, ਮਿਨਿਸਟਰ ਵੀ ਰਹੇ ਨੇ ਨਾ, ਪ੍ਰਾਈਮ ਮਿਨਿਸਟਰ ਵੀ ਰਹੇ ਨੇ, ਉਹਨਾਂ ਦਾ ਲਗਭਗ ਇਹਨਾਂ ਦੀ 70% ਇਕੋਨਮੀ ਜਿਹੜੀ ਆ ਦੇਸ਼ ਦੇ ਉੱਤੇ ਕਬਜ਼ਾ ਸੀ। ਪਰਿਵਾਰਵਾਦ ਕਹਿ ਸਕਦੇ ਹਾਂ। ਪਰਿਵਾਰਵਾਦ ਜਿਹੜਾ ਫੇਲ ਹੋਇਆ ਚੰਗਾ ਸ਼ਾਸਨ ਦੇਣ ਦੇ ਵਿੱਚ, ਇੱਕ ਕਹਿ ਲਓ ਵੀ ਚੰਗਾ ਪ੍ਰਸ਼ਾਸਨ ਦੇਣ ਦੇ ਵਿੱਚ ਦੇਸ਼ ਨੂੰ, ਉਹ 'ਚ ਫੇਲ ਹੋਇਆ। ਔਰ ਇਹ ਕੇਂਦਰਿਤ ਰਿਹਾ ਆਪਣੇ ਪਰਿਵਾਰ ਦੇ ਉੱਤੇ। ਔਰ ਦੂਸਰਾ ਇਹ ਆ ਕਿ ਜਦੋਂ ਪਾਲਿਸੀ ਮੇਕਿੰਗ ਦੀ ਗੱਲ ਆਉਂਦੀ ਹੈ ਤਾਂ ਚਾਈਨਾ ਨੂੰ ਇਹਨਾਂ ਨੇ ਬੜੀ ਵੱਡੀ ਇੰਪੋਰਟੈਂਸ ਦਿੱਤੀ ਆ ਵੀ ਚਾਈਨਾ ਜਿਹੜਾ ਇੱਥੇ ਇਨਵੈਸਟ ਕਰੇਗਾ। ਚਾਈਨਾ ਨੇ ਇਨਵੈਸਟ ਕੀਤਾ ਜ਼ਰੂਰ ਆ। ਇਹ ਜਿਹੜਾ ਕ੍ਰਾਈਸਿਸ ਆ ਇਹ ਹੌਲੀ ਹੌਲੀ ਉੱਭਰਦਾ ਜਿਹੜਾ ਇਹ ਵਧੀ ਗਿਆ ਇਹਨਾਂ ਦਾ ਵਿਦੇਸ਼ੀ ਕਰਜ਼ਾ। ਹੁਣ $53 ਬਿਲੀਅਨ, $53 ਬਿਲੀਅਨ ਦੇਸ਼ ਦੇ ਉੱਤੇ ਕਰਜ਼ਾ। ਔਰ ਦੇਸ਼ ਦਾ ਜਿਹੜਾ ਹਾਲਾਤ ਇਹ ਸੀਗੇ ਕਿ ਦੇਸ਼ ਦਾ ਇੰਪੋਰਟ ਜ਼ਿਆਦਾ ਆ, ਐਕਸਪੋਰਟ ਜਿਹੜਾ ਉਹਦੇ ਮੁਕਾਬਲੇ ਘੱਟ ਆ। ਹਾਲਾਂਕਿ ਜਿਹੜੀ ਇਕੋਨਮੀ ਆ ਬੜੀ ਸਾਊਂਡ ਰਹੀ ਆ ਪਹਿਲੇ। ਔਰ ਦੂਸਰੀ ਨੂੰ ਮਾਰ ਪਈ ਆ ਜਿਹੜੀ, ਜੇ ਆਪਾਂ ਬੈਕਗਰਾਊਂਡ ਦੀ ਗੱਲ ਕਰੀਏ ਵੀ ਇੱਥੋਂ ਤੱਕ ਪੁੱਜੇ ਕਿਵੇਂ ਨੇ, ਦੂਸਰੀ ਮਾਰ ਪਈ ਆ ਇਹਨਾਂ ਨੂੰ ਜਿਹੜੀ ਕਰੋਨਾ ਮਹਾਮਾਰੀ ਹੈ। ਇਸ ਦੌਰਾਨ ਟੂਰਿਜ਼ਮ ਜਿਹੜੀ ਆ ਹੱਬ ਬਣਿਆ ਹੋਇਆ ਸੀ, ਇਹ ਟੂਰਿਜ਼ਮ ਤੋਂ ਜਿਹੜੀ ਰੋਜ਼ ਇਹਨਾਂ ਨੂੰ ਸਾਰਾ ਸਾਲ ਆਮਦਨ ਆਉਂਦੀ ਸੀ ਫੋਰਨ ਕਰੰਸੀ ਰੂਪ ਵਿੱਚ, ਉਹ ਜਿਹਨਾਂ ਦਾ ਖਤਮ ਹੋ ਗਈ ਆ। ਚਾਈਨਾ ਤੋਂ ਕਿਤੇ ਨਾ ਕਿਤੇ ਇੱਕ ਵੱਡੇ ਰੂਪ ਦੇ ਵਿੱਚ ਜਿਹੜੇ ਕਰਜ਼ਾ ਔਰ ਟੂਰਿਜ਼ਮ ਦਾ ਖਤਮ ਹੋਣਾ, ਇਹ ਕ੍ਰਾਈਸਿਸ ਦਾ ਕਾਰਨ ਬਣਿਆ।
ਕਰਜ਼ਾ ਜਿਹੜਾ ਚਾਈਨਾ ਦਾ ਲਿਆ ਉਹ ਇਨਫਰਾਸਟ੍ਰਕਚਰ ਲਈ ਲਿਆ, ਰੋਡਸ, ਬਿਲਡਿੰਗਸ ਜਾਂ ਹੋਰ ਇਸ ਤਰ੍ਹਾਂ ਦੀਆਂ ਜਿਹੜੀਆਂ ਜ਼ਰੂਰਤਾਂ ਨੂੰ ਪੂਰੀਆਂ ਕਰਨ ਲਈ। ਉਹ ਜਿਹੜਾ ਕਿ ਪ੍ਰੋਡਕਟਿਵਿਟੀ ਨਹੀਂ ਹੁੰਦਾ, ਪ੍ਰੋਡਕਸ਼ਨ 'ਚ ਨਹੀਂ ਆਉਂਦਾ ਕਦੇ ਉਹ। ਜੇ ਕੋਈ ਇੰਡਸਟਰੀ ਨੂੰ ਜਾਂ ਹੋਰ ਕੋਈ ਪ੍ਰੋਸੈਸਿੰਗ ਫੀਲਡ ਦੇ ਵਿੱਚ ਜਾਂ ਐਕਸਪੋਰਟ ਯੂਨਿਟ ਲਾਉਣ ਦੇ ਵਿੱਚ ਕਿਸੇ ਵੀ ਵਸਤੂਆਂ ਦੇ ਉਹਦੇ ਲਈ ਲਿਆ ਹੁੰਦਾ ਤਾਂ ਫਿਰ ਜਨਰੇਟ ਹੁੰਦੀ ਆਮਦਨ। ਇਹ ਜਿਹੜੀਆਂ ਨੇ ਇਹਨਾਂ ਨਾਲ ਆਮਦਨ ਨਹੀਂ ਜਨਰੇਟ ਹੁੰਦੀ। ਜੋ ਸਾਡੇ ਇਨਫਰਾਸਟ੍ਰਕਚਰ ਆ ਇਹਦੇ ਨਾਲ ਕੀ ਆ, ਇਕੋਨਮੀ ਗਰੋ ਕਰਦੀ ਆ, ਲੇਕਿਨ ਉਹ ਕਿਸ ਸਪੀਡ ਨਾਲ ਗਰੋ ਕਰਦੀ ਆ ਇਹ ਉਹ ਦੇਸ਼ ਦੇ ਹੋਰ ਵੀ ਜਿਹੜੇ ਕਈ ਕਾਰਨ ਉਹਨਾਂ 'ਤੇ ਡਿਪੈਂਡ ਕਰਦਾ। ਹੁਣ ਜਿਹੜਾ ਕ੍ਰਾਈਸਿਸ, ਜੇ ਹੁਣ ਅਸੀਂ ਗੱਲ ਕਰੀਏ, ਹੁਣ ਕ੍ਰਾਈਸਿਸ ਇੱਥੋਂ ਤੱਕ ਆ ਗਿਆ ਕਿ ਕਰਜ਼ਾ ਨਹੀਂ ਮੋੜ ਸਕੇ। ਕਰਜ਼ੇ ਮੋੜਨ ਦੇ ਲਈ ਜਿਹੜਾ ਮੂਲ ਜਿਹੜਾ ਧਨ ਆ ਉਹਦੇ 'ਤੇ ਕਰਜ਼ਾ ਮੋੜਨ ਦੇ ਲਈ ਵੀ ਵਿਆਜ ਲੈਣਾ ਪੈਂਦਾ। ਜਦੋਂ ਇਸ ਤਰ੍ਹਾਂ ਦੀ ਨੌਬਤ ਆ ਜੇ ਫਿਰ ਉਹਦਾ ਜਿਹੜਾ ਬੈਂਕਰਪਟ ਹੋਣਾ, ਦਿਵਾਲੀਆ ਹੋਣਾ ਉਸ ਦੇਸ਼ ਦਾ ਜਾਂ ਸੰਸਥਾ ਦਾ ਜਾਂ ਵਿਅਕਤੀ ਦਾ, ਉਹ ਤਕਰੀਬਨ ਲਾਜ਼ਮੀ ਹੁੰਦਾ। ਇਹੀ ਕੰਮ ਸ਼੍ਰੀਲੰਕਾ ਦੇ ਮਾਮਲੇ ਦੇ ਵਿੱਚ ਹੋਇਆ। ਜਨਤਾ ਦਾ ਇੰਨਾ ਭਾਰੀ ਆਕਰੋਸ਼ ਕਿ ਉਹ ਰਾਸ਼ਟਰਪਤੀ ਭਵਨ ਤੱਕ ਪਹੁੰਚ ਗਏ, ਉਹਨਾਂ 'ਤੇ ਵੀ ਕਬਜ਼ਾ ਕਰ ਲਿਆ ਜੀ। ਜਨਤਾ ਨੇ ਉਦੋਂ ਹੋਇਆ ਜਦੋਂ ਜਿਹੜੀਆਂ ਦੇਣਦਾਰੀਆਂ ਜਿਹੜੀਆਂ ਵੱਧ ਗਈਆਂ, ਔਰ ਕਿਉਂਕਿ ਇੰਟਰਨੈਸ਼ਨਲ ਮਾਰਕੀਟ ਆ, ਅਗਰ ਤੁਸੀਂ ਕੋਈ ਚੀਜ਼ ਲੈਂਦੇ ਹੋ ਖਾਸ ਤੌਰ ਦੇ ਉੱਤੇ ਜਿਹੜੀ ਜਿਹੜੇ ਪ੍ਰੋਡਕਟਸ ਨੇ ਨਾ, ਗੈਸ ਆ, ਚਾਹੇ ਨੈਚੁਰਲ ਗੈਸ ਆ ਜਾਂ ਪੈਟਰੋਲ ਆ ਤੁਹਾਡੇ ਕੋਲ ਜਾਂ ਡੀਜ਼ਲ ਆ, ਜਿਹਨੇ ਤੁਹਾਡੀ ਇਕੋਨਮੀ ਨੂੰ ਗਤੀ ਦੇਣੀ ਆ, ਉਹਦੇ 'ਤੇ ਖੜੀ ਆ ਸਾਡੀ ਸਾਰੀ ਇਕੋਨਮੀ। ਜਦੋਂ ਉਹਦੀਆਂ ਦੇਣਦਾਰੀਆਂ ਨਹੀਂ ਦੇ ਹੋਈਆਂ ਅਤੇ ਉਧਰੋਂ ਤੇਲ ਬੰਦ ਹੋ ਗਿਆ। ਤੇਲ ਬੰਦ ਹੋਇਆ ਤਾਂ ਆਮ ਆਦਮੀ ਇਫੈਕਟ ਹੋਇਆ। ਤੇਲ, ਗੈਸ ਜੋ ਵੀ ਹੈਗਾ, ਡੀਜ਼ਲ, ਪੈਟਰੋਲ, ਉਹ ਇਫੈਕਟ ਹੋਇਆ ਅਤੇ ਉਹ ਫਿਰ ਆਪਣੇ ਰੋਜ਼ਮਰਾ ਦੇ ਜੋ ਕਮਾਉਣ ਲਈ, ਆਪਣੇ ਰੋਜ਼ੀ ਰੋਟੀ ਲਈ ਜਾਣ ਦਾ ਸਾਧਨਾਂ ਦੇ ਉੱਤੇ ਉਹ ਜਾਣਾ ਬੰਦ ਹੋ ਗਿਆ। ਲੋਕਾਂ 'ਚ ਆਕਰੋਸ਼, ਜਿਹੜਾ ਗੁੱਸਾ ਫੈਲਣਾ ਸੁਭਾਵਿਕ ਸੀ, ਔਰ ਲੋਕ ਸਿੱਧੇ ਤੌਰ 'ਤੇ ਸਮਝਦੇ ਸੀ ਵੀ ਇਹ ਸਾਡੇ ਲਈ, ਇਹ ਜਿਹੜਾ ਰਾਸ਼ਟਰਪਤੀ ਆ ਇਹ ਜ਼ਿੰਮੇਵਾਰ ਆ, ਜਾਂ ਇਹਦੀਆਂ ਪਾਲਿਸੀਆਂ ਜਾਂ ਇਹਦੀਆਂ ਨੀਤੀਆਂ ਜ਼ਿੰਮੇਵਾਰ ਨੇ। ਇਸ ਕਰਕੇ ਉਹਨਾਂ ਨੇ ਧਾਵਾ ਬੋਲੇ ਰਾਸ਼ਟਰਪਤੀ ਭਵਨ ਦੇ ਵਿੱਚ ਲੱਖਾਂ ਦੀ ਤਾਦਾਦ ਦੇ ਵਿੱਚ, ਔਰ ਕਿਵੇਂ ਉੱਥੇ ਜਾ ਕੇ 72 ਘੰਟੇ ਉਹਨਾਂ ਨੇ ਆਪਣਾ ਮਜਮਾ ਲਾਇਆ ਹੈ ਨਾ, ਆਪਣਾ ਗੁੱਸਾ ਕੱਢਿਆ। ਅਤੇ ਇਹ ਸਾਡੇ ਜਿਹੜਾ ਸੀਨ ਆ, ਇਹ ਮੇਰਾ ਖਿਆਲ ਸਾਊਥ ਏਸ਼ੀਆ ਦੇ ਵਿੱਚ ਤਾਂ ਪਹਿਲੇ ਨਹੀਂ ਇੱਦਾਂ ਦਾ ਕ੍ਰੀਏਟ ਹੋਈ ਸੀ। ਮਾਚਿਸ ਤੋਂ ਲੈ ਕੇ ਦਵਾਈਆਂ ਤੱਕ ਦਾ 300% ਰੇਟ ਦਾ ਵਾਧਾ ਕਿਤੇ ਨਾ ਕਿਤੇ ਜਨਤਾ ਦੀ ਪਰੇਸ਼ਾਨੀ ਦਾ ਕਾਰਨ ਬਣਿਆ। ਬਿਲਕੁਲ ਜੀ। ਜੇ ਆਪਾਂ ਦੇਖੀਏ, ਥੋੜ੍ਹਾ ਜਿਹਾ ਇਹ ਸਟੱਡੀ ਕਰੀਏ ਇਸ ਕੇਸ ਨੂੰ, ਸ਼੍ਰੀਲੰਕਾ ਦੇ ਨੂੰ, ਵੀ ਕਿਉਂ ਬੈਂਕਰਪਟ ਹੋਇਆ। ਇਹਨਾਂ ਦੇ ਇੱਕ ਤਾਂ ਜਿਹੜੇ ਫੰਡਸ ਨੇ ਉਹ ਘਟ ਗਏ ਨੇ, ਇਹਨਾਂ ਕੋਲ ਵਿਦੇਸ਼ੀ ਮੁਦਰਾ ਘਟ ਗਈ ਆ, ਵਿਦੇਸ਼ੀ ਮੁਦਰਾ ਜਿਹੜੀ ਆਉਣੀ ਉਹ ਬੰਦ ਹੋ ਗਈ। ਦੂਸਰਾ ਇਹ ਵੀ ਜੂਨ ਤੋਂ ਲੈ ਕੇ 1 ਜਨਵਰੀ ਤੋਂ ਲੈ ਕੇ ਜੂਨ ਤੱਕ ਹੀ 50% ਜਿਹੜੀਆਂ ਕਾਸਟਾਂ ਨੇ ਉਹ ਵਧੀਆਂ ਨੇ, ਇਨਫਲੇਸ਼ਨ ਜਿਹੜੀ ਵਧੀ ਆ, ਅਤੇ ਲੋਕ ਪਿਸੇ ਨੇ ਕਿਉਂਕਿ ਲੋਕਾਂ ਦੀ ਆਮਦਨ ਤਾਂ ਵਧੀ ਨਹੀਂ, ਇਸ ਕਰਕੇ ਲੋਕ ਪਿਸੇ ਨੇ। ਇਸ ਕਰਕੇ ਲੋਕਾਂ 'ਚ ਆਕਰੋਸ਼ ਹੋਇਆ। ਹੁਣ ਇੱਦਾਂ ਲੱਗਦਾ ਵੀ ਜਿਹੜੇ ਦੋ ਕ੍ਰਾਈਸਿਸ ਨੇ, ਇੱਕ ਤਾਂ ਇਕਨੋਮਿਕ ਕ੍ਰਾਈਸਿਸ ਆ, ਦੂਜਾ ਪੋਲੀਟੀਕਲ ਕ੍ਰਾਈਸਿਸ ਆ। ਅਗਰ ਤਾਂ ਇਕਨੋਮਿਕ ਕ੍ਰਾਈਸਿਸ ਨੂੰ ਟਾਈਮ ਲੱਗੇਗਾ, ਪੋਲੀਟੀਕਲ ਜਿਹੜਾ ਆਰਡਰ ਆ ਉਹਨੂੰ ਸੈੱਟ ਕਰਨ ਲੱਗੇ ਹੋਏ ਨੇ। ਹੁਣ ਆਪਾਂ ਦੇਖਦੇ ਹਾਂ ਵੀ 20 ਜੁਲਾਈ ਨੂੰ ਪਾਰਲੀਮੈਂਟ ਦੇ ਵਿੱਚ ਕਹਿ ਦਿੱਤਾ, ਇੰਟਰਮ ਜਿਹੜਾ ਰਣਲ ਵਿਕਰਮਸਿੰਘੇ ਉਹਨੂੰ ਉਹਨਾਂ ਨੇ ਰਾਸ਼ਟਰਪਤੀ ਬਣਾ ਦਿੱਤਾ, ਇੰਟਰਮ 20 ਜੁਲਾਈ ਤੱਕ ਰਹੇਗਾ। 20 ਤਰੀਕ ਨੂੰ ਜਿਹੜੀ ਇਲੈਕਸ਼ਨ ਹੋਵੇਗੀ ਉਸ ਦੇ ਵਿੱਚ ਜਿਹੜੇ ਨਵੇਂ ਪ੍ਰਧਾਨ ਚੁਣੇ ਜਾਣਗੇ, ਰਾਸ਼ਟਰਪਤੀ ਚੁਣੇ ਜਾਣਗੇ, ਉਹਨਾਂ ਸਾਹਮਣੇ ਬਹੁਤ ਵੱਡੀ ਚੁਣੌਤੀ ਹੈ। ਬਿਲਕੁਲ ਚੁਣੌਤੀ ਰਹੇਗੀ। ਪਹਿਲੀ ਗੱਲ ਤਾਂ ਇਹ ਆ ਵੀ ਇਹ 1978 ਤੋਂ ਬਾਅਦ ਪਹਿਲੀ ਵਾਰੀ ਗੁਪਤ ਵੋਟਿੰਗ ਰਾਹੀਂ ਇਹਨਾਂ ਦੀ ਚੋਣ ਹੋ ਰਹੀ ਆ ਰਾਸ਼ਟਰਪਤੀ ਲਈ। ਇਸ ਤਰ੍ਹਾਂ ਦਾ ਕ੍ਰਾਈਸਿਸ ਆਇਆ, ਨਹੀਂ ਤਾਂ ਨਾਰਮਲ ਪ੍ਰੋਸੀਜਰ ਰਾਹੀਂ ਚੁਣ ਕੇ ਰਾਸ਼ਟਰਪਤੀ ਬਣਦੇ ਨੇ। ਅਤੇ ਹੁਣ ਜਿਹੜਾ ਵੀ ਬਣੇਗਾ, ਜਿਹੜਾ ਵਿਅਕਤੀ ਮੂਹਰੇ ਆਏਗਾ, ਉਹਦੇ ਲਈ ਬਹੁਤ ਵੱਡਾ ਕ੍ਰਾਈਸਿਸ ਆ। ਉਹਨੇ ਇੰਟਰਨੈਸ਼ਨਲ ਜਿਹੜੇ ਨੇ ਸੰਬੰਧ ਉਹਨਾਂ ਦੇ ਦੂਜੇ ਦੇਸ਼ਾਂ ਦੇ ਨਾਲ, ਉਹਨਾਂ ਦੇ ਨਾਲ ਸੁਧਾਰ ਕਰਨਾ ਪਏਗਾ ਉਹਨੂੰ ਆਪਣਾ ਜਿਹੜਾ ਇਕੋਨਮੀ ਆ ਉਹਨੂੰ ਗਰੋ ਕਰਨ ਦੇ ਲਈ ਜਿਹੜੀ ਇੱਕ ਮੈਸਿਵ ਜਿਹੜੀ ਪਲਾਨ ਆ ਚਾਕਆਊਟ ਕਰਨਾ ਪਏਗਾ। ਅਤੇ ਦੂਸਰਾ ਮੈਂ ਦੱਸਣਾ ਚਾਹਾਂਗਾ, ਇੱਥੇ ਇਹ ਗੱਲ ਨਹੀਂ ਹੈਗੀ, ਉੱਥੇ ਜਿਹੜਾ ਪ੍ਰੋਡਕਸ਼ਨ ਹੈਗੀ ਆ ਜਾਂ ਜਿਹੜੀ ਇਕੋਨਮੀ ਜਿਹੜੀ ਚੱਲਦੀ ਆ ਉਹ ਉੱਥੇ ਹੈਗਾ ਗਾਰਮੈਂਟ ਤਿਆਰ ਜਿਹੜਾ ਟੈਕਸਟਾਈਲ ਦਾ ਹੱਬ ਹੈ, ਉਹ ਹੈ। ਲੇਕਿਨ ਉਹ ਇੱਕ ਦੇ ਨਾਲ ਜਿਹੜਾ ਪੂਰੀ ਇਕੋਨਮੀ ਨਹੀਂ ਚੱਲ ਸਕਦੀ। ਅਗਰ ਉਸ ਨੂੰ ਗਰੋ ਕਰਨਗੇ, ਉਸ ਨੂੰ ਹੋਰ ਐਕਸਪੈਂਡ ਕਰਨਗੇ, ਕਿਉਂਕਿ ਇਹ ਮੁਲਕਾਂ ਦੇ ਵਿੱਚ ਸਾਡੇ ਇੰਡੀਆ ਤੋਂ ਲੈ ਕੇ ਅਸੀਂ ਦੇਖਦੇ ਹਾਂ ਨੇਪਾਲ, ਬੰਗਲਾਦੇਸ਼ ਅਤੇ ਇਹ ਪਾਕਿਸਤਾਨ, ਸ਼੍ਰੀਲੰਕਾ, ਇਹਨਾਂ ਦੇ ਵਿੱਚ ਜਿਹੜੀ ਲੇਬਰ ਸਸਤੀ ਆ, ਜਿਹੜੀ ਕਾਸਟ ਆਫ ਪ੍ਰੋਡਕਸ਼ਨ ਉਹ ਬਹੁਤ ਘੱਟ ਆ। ਹੁਣ ਜਿਹੜੇ ਵੈਸਟਰਨ ਕੰਟਰੀ ਨੇ ਜਾਂ ਜਿਹੜੇ ਡਿਵੈਲਪ ਕੰਟਰੀ ਨੇ, ਉਹ ਜਿਹੜੇ ਪ੍ਰੋਡਕਸ਼ਨ ਜਿਹੜੀ ਆ ਇਹਨਾਂ ਕੰਟਰੀਆਂ ਤੋਂ ਕਰਵਾਉਂਦੇ ਨੇ। ਬੰਗਲਾਦੇਸ਼ ਤੋਂ ਬਹੁਤ ਗਾਰਮੈਂਟ ਜਿਹੜਾ ਜਾਂਦਾ ਬਣ ਕੇ, ਆਪਣੇ ਬਹੁਤ ਜਾਂਦਾ ਇੰਡੀਆ ਤੋਂ। ਇਸੇ ਤਰ੍ਹਾਂ ਹੀ ਅਗਰ ਉਹਨੂੰ ਦੁਬਾਰਾ ਲੀਹਾਂ 'ਤੇ ਲਿਆਉਣਾ ਤਾਂ ਉਹਨਾਂ ਨੂੰ ਜਿਹੜੇ ਟਰੈਡੀਸ਼ਨਲ ਉਹਨਾਂ ਦਾ ਹੈਗਾ ਪੈਸੇ ਕਮਾਉਣ ਵਾਲੀ ਜਿਹੜੀ ਇੰਡਸਟਰੀ ਆ ਉਹਦੇ 'ਤੇ ਆਉਣਾ ਪਏਗਾ। ਔਰ ਹੋਰ ਵੀ ਬਹੁਤ ਕਾਰਨ ਨੇ। ਦੂਸਰਾ ਗੱਲ ਆ ਵੀ ਕੋਈ ਵੱਡੀ ਤਾਂ ਜਿਹੜੀ ਆ ਬੇਲ ਆਊਟ ਲਈ ਸਾਹਮਣੇ ਨਹੀਂ ਆਈ, ਜਿਹੜੀ ਕਰਜ਼ਾ ਮੁਕਤ ਕਰ ਦੇਵੇ ਇਹਨਾਂ ਨੂੰ। ਉਹੀ ਕਹਿਣ ਲੱਗਿਆ ਸੀ ਕਿ ਸ਼੍ਰੀਲੰਕਾ ਦੇ ਆਰਥਿਕ ਹਾਲਾਤ ਨੇ, ਜੋ ਮੌਜੂਦਾ ਹਾਲਾਤ ਨੇ, ਉਹਨਾਂ ਨੂੰ ਦੇਖਦੇ ਹੋਏ ਕਈ ਦੇਸ਼ਾਂ ਨੇ ਮਦਦ ਤਾਂ ਪੇਸ਼ ਕੀਤੀ ਹੈ, ਪਰ ਉਹ ਮਦਦ ਕਿਤੇ ਨਾ ਕਿਤੇ ਹਜੇ ਤੱਕ ਕਾਮਯਾਬ ਨਹੀਂ ਹੋ ਪਾਈ ਪੂਰੀ ਤਰੀਕੇ ਨਾਲ। ਮਦਦ ਜਿਹੜੀ ਹਿਊਮੈਨਿਟੇਰੀਅਨ ਗਰਾਊਂਡ 'ਤੇ ਹੁੰਦੀ ਰਹੀ ਆ, ਔਰ ਲੇਕਿਨ ਜਿਹੜਾ $53 ਬਿਲੀਅਨ ਦਾ ਕਰਜ਼ਾ ਬਹੁਤ ਵੱਡਾ ਕਰਜ਼ਾ ਵਾ, ਕਿਉਂਕਿ ਜਿਹੜੀਆਂ ਸੰਸਥਾਵਾਂ ਨੇ ਉਹ ਗ੍ਰੀਸ ਵਰਗੇ ਦੇਸ਼ ਨੂੰ ਵੀ ਨਹੀਂ ਕਰਜ਼ੇ 'ਚੋਂ ਇੱਦਾਂ ਇੱਕਦਮ ਕੱਢ ਸਕੀਆਂ, ਬੈਂਕਰਪਟ ਹੋਇਆ ਗ੍ਰੀਸ ਵੀ।
ਔਰ ਇਹਦੇ ਲਈ ਥੋੜ੍ਹੀ ਥੋੜ੍ਹੀ ਮਦਦ ਜਿਹੜੀ ਇਸ ਤਰ੍ਹਾਂ ਇੰਡੀਆ ਨੇ 40,000 ਟਨ ਜਿਹੜਾ ਯੂਰੀਆ ਭੇਜਿਆ, ਹੋਰ ਖਾਦ ਪਦਾਰਥ ਭੇਜ ਰਹੇ ਨੇ। ਬਾਕੀ ਕੋਈ 3-4 ਬਿਲੀਅਨ ਡਾਲਰ ਜਾਂ ਕੋਈ 10 ਬਿਲੀਅਨ ਡਾਲਰ ਦਾ ਜਿਹੜਾ ਉਹਨਾਂ ਨੇ ਮਦਦ ਜਿਹੜੀ ਆ ਕਈ ਕੰਟਰੀ ਸਹਿਮਤ ਹੋਏ ਨੇ ਭੇਜਣ ਦੀ, ਲੇਕਿਨ ਉਹਨੂੰ ਟਾਈਮ ਲੱਗੂਗਾ। ਹਾਂ, ਮੈਨੂੰ ਇਹ ਲੱਗਦਾ ਵੀ ਜਿਹੜਾ ਇੱਕ ਦੇਸ਼ ਦੇ ਵਿੱਚ ਪੋਲੀਟੀਕਲ ਕ੍ਰਾਈਸਿਸ ਆ ਗਿਆ ਸੀ, ਇਕਨੋਮਿਕ ਕ੍ਰਾਈਸਿਸ ਤੋਂ ਬਾਅਦ, ਉਹ ਹੋ ਸਕਦਾ ਵੀ ਜਿਸ ਤਰ੍ਹਾਂ ਉੱਥੇ ਮਾਰ ਧੜ ਸ਼ੁਰੂ ਹੋ ਜਾਂਦੀ, ਗ੍ਰਹਿ ਯੁੱਧ ਸ਼ੁਰੂ ਹੋ ਜਾਂਦਾ, ਕਿਉਂਕਿ ਪਹਿਲਾਂ ਵੀ 30 ਸਾਲ ਪੀੜਤ ਰਿਹਾ ਗ੍ਰਹਿ ਯੁੱਧ ਤੋਂ। ਲਿੱਟੇ ਨੇ ਜਿਹੜਾ ਲਿਬਰੇਸ਼ਨ ਟਾਈਗਰਸ ਆਫ ਤਾਮਿਲ ਇਲਮ ਆ, ਹਿੰਦੂ ਜਿਹੜਾ ਨਾਰਥ ਈਸਟਰਨ ਵੱਲ ਹਿੰਦੂ ਲੈਂਡ ਮੰਗਦੇ ਸੀ, ਹਿੰਦੂ ਤਾਮਿਲ ਜਿਹੜੇ ਸੀ ਉਹ ਆਪਣਾ ਵੱਖਰਾ ਇਲਾਕਾ ਮੰਗਦੇ ਸੀ, ਉਹ ਜੂਝਿਆ 30 ਸਾਲ ਪਹਿਲਾਂ ਉਹਦੇ ਨਾਲ, ਬਹੁਤ ਪਿਸਿਆ ਸ਼੍ਰੀਲੰਕਾ। ਅਸੀਂ ਦੇਖਿਆ ਆਪਣੇ 87 ਤੋਂ ਲੈ ਕੇ ਰਾਜੀਵ ਗਾਂਧੀ ਰਜੀਮ ਦੇ ਵਿੱਚ ਆਪਾਂ ਨੇ ਉੱਥੇ ਇੰਡੀਅਨ ਪੀਸ ਕੀਪਿੰਗ ਫੋਰਸ ਦਾ 1 ਲੱਖ ਬੰਦਾ ਹੀ ਭੇਜਿਆ, 3 ਸਾਲ ਉਹਨਾਂ ਨੇ ਵੀ ਲੜਾਈ ਲੜੀ ਆ। ਅਸੀਂ ਆਰਥਿਕ ਤੌਰ 'ਤੇ ਵੀ ਨੁਕਸਾਨ ਝੱਲਿਆ ਸ਼੍ਰੀਲੰਕਾ ਦੇ ਲਈ, ਅਸੀਂ ਫੌਜ ਦਾ ਵੀ, ਆਰਮੀ ਦਾ ਨੁਕਸਾਨ ਚੱਲਿਆ, ਆਪਣੇ ਸੋਰਸਸ ਵੀ ਉੱਥੇ ਡਿਪਲਾਈ ਕੀਤੇ ਨੇ। ਮਤਲਬ ਇਹ ਆ ਵੀ ਹੁਣ ਉਹਨਾਂ ਤੋਂ ਝੰਬਿਆ ਹੋਇਆ ਜਦੋਂ ਹੁਣ ਥੋੜ੍ਹਾ ਨਿਕਲਿਆ ਸੀ, ਉੱਭਰਿਆ ਸੀ ਸ਼੍ਰੀਲੰਕਾ, ਫਿਰ ਇੱਕ ਕਰਪਟ ਜਿਹੜਾ ਪਰਿਵਾਰ ਆ ਜਾਂ ਜਿਹੜਾ ਪਰਿਵਾਰ ਆਪਣੇ ਅਨੁਸਾਰ ਨੀਤੀਆਂ ਘੜਦਾ ਰਿਹਾ ਆਪਣੇ ਮਤਲਬ ਫਾਇਦੇ ਦੇ ਲਈ, ਅਤੇ ਉਸ ਨੇ ਡੋਬਿਆ ਇਹ। ਇਸ ਕਰਕੇ ਹੁਣ ਇਹਦਾ ਜਿਹੜਾ ਬੇਲ ਆਊਟ ਹੋਣਾ ਮੁਸ਼ਕਲ ਆ। ਲੇਕਿਨ ਜੇ ਪੋਲੀਟੀਕਲ ਆਰਡਰ ਨੂੰ ਸੈਟਅਪ ਕਰ ਲੈਂਦੇ ਨੇ ਇਹ ਰਲ ਕੇ, ਜਿਵੇਂ ਇੱਕ ਮੰਗ ਉੱਠੀ ਹੈ ਵੀ ਅਸੀਂ ਆਲ ਪਾਰਟੀ ਸਰਕਾਰ ਬਣਾਵਾਂਗੇ, ਇਹ ਪਹਿਲਾਂ ਨਹੀਂ ਤਜਰਬਾ ਹੋ ਸਕਿਆ, ਪਾਕਿਸਤਾਨ ਦੇ ਵਿੱਚ ਨਹੀਂ ਹੋ ਸਕਿਆ ਔਰ ਇੰਡੀਆ ਦੇ ਵਿੱਚ ਨਹੀਂ ਹੋ ਸਕਿਆ ਇਸ ਤਰ੍ਹਾਂ ਐਕਸਪੈਰੀਮੈਂਟ, ਨੇਪਾਲ 'ਚ ਕ੍ਰਾਈਸਿਸ ਰਹੇ ਉਦੋਂ ਨਹੀਂ ਹੋ ਸਕਿਆ। ਹਾਂ, ਜੇ ਉਹ ਇਸ ਤਰ੍ਹਾਂ ਦੇ ਕੰਸੈਂਸਸ 'ਤੇ ਪਹੁੰਚ ਜਾਂਦੇ ਨੇ ਸ਼੍ਰੀਲੰਕਾ ਦੇ ਜਿਹੜੇ ਲੀਡਰਸ ਨੇ, ਕਿਉਂਕਿ 225 ਮੈਂਬਰ ਜਿਹੜੀ ਇਹਨਾਂ ਦੀ ਹੈਗੀ ਆ ਪਾਰਲੀਮੈਂਟ, ਉਹ ਫਿਰ ਜ਼ਰੂਰ ਕੁਛ ਨਾ ਕੁਛ ਕਰ ਲੈਣਗੇ, ਸਾਰਿਆਂ ਦੀ ਰਾਏ ਨਾਲ ਜੀ ਚੱਲਣਗੇ ਆਲ ਪਾਰਟੀ ਜਿਹੜੀ ਆ ਸਰਕਾਰ। ਮੌਜੂਦਾ ਜੋ ਰਾਸ਼ਟਰਪਤੀ ਸੀਗੇ ਉਹਨਾਂ ਨੂੰ ਚਾਹੀਦਾ ਸੀਗਾ ਕਿ ਇਹਨਾਂ ਹਾਲਾਤਾਂ ਦੇ ਨਾਲ ਜੂਝਦੇ, ਇਹਨਾਂ ਨੇ ਹਾਲਾਤਾਂ ਨੂੰ ਸਹੀ ਕਰਨ ਦਾ ਕੋਈ ਤਜਰਬਾ ਕਰਦੇ, ਪਰ ਉਹ ਦੇਸ਼ ਛੱਡ ਕੇ ਭੱਜ ਗਏ। ਨਹੀਂ, ਜਦੋਂ ਤੁਹਾਡੇ ਕਰਮ ਭਜਾਉਂਦੇ ਨੇ, ਜਦੋਂ ਤੁਸੀਂ ਕੰਮ ਹੀ ਪਬਲਿਕ ਦੇ ਹਿੱਤ 'ਚ ਨਾ ਕੀਤੇ ਹੋਣ, ਕੋਈ ਵੀ ਆ, ਚਾਹੇ ਕੋਈ ਵਿਧਾਇਕ ਆ ਜਾਂ ਉਹ ਆ, ਫਿਰ ਉਹਨੂੰ ਭੱਜਣਾ ਹੀ ਪੈਂਦਾ, ਮੂੰਹ ਲੁਕਾਉਣਾ ਪੈਂਦਾ ਫਿਰ। ਅਤੇ ਮੈਨੂੰ ਲੱਗਦਾ ਵੀ ਉਹ ਬਚ ਗਏ ਨੇ। ਅਗਰ ਉਹ ਹੱਥ ਆ ਜਾਂਦੇ ਪਬਲਿਕ ਦੇ ਤਾਂ ਮੈਨੂੰ ਲੱਗਦਾ ਜਿਉਂਦੇ ਨਹੀਂ ਬਚਦੇ ਸੀ, ਕਿਉਂਕਿ ਜਦੋਂ ਪਬਲਿਕ ਰੋਹ ਦੇ ਵਿੱਚ ਆਉਂਦੀ ਆ, ਪਬਲਿਕ ਦੇ ਰੋਹ ਦੇ ਸਮੁੰਦਰ ਅੱਗੇ ਕੋਈ ਨਹੀਂ ਖੜਦਾ, ਸਾਰੇ ਮਤਲਬ ਤਹਿਸ ਨਹਿਸ ਹੋ ਜਾਂਦਾ। ਸ਼੍ਰੀਲੰਕਾ ਦੇ ਆਰਥਿਕ ਹਾਲਾਤ ਦੇ ਅੱਗੇ ਪੰਜਾਬ ਨੂੰ ਆਪਾਂ ਕਿਸ ਤਰ੍ਹਾਂ ਦੇਖਦੇ ਹਾਂ? ਨੋ ਡਾਊਟ ਕਿ ਪੰਜਾਬ ਵੀ ਜਿਹੜੀ ਸਟੇਟ ਸਾਡੀ ਆ ਉਹ ਕਰਜ਼ੇ ਥੱਲੇ ਆ, 3 ਲੱਖ ਕਰੋੜ ਦਾ ਲਗਭਗ ਕਰਜ਼ਾ ਜਿਹੜਾ ਹੈਗਾ ਆ। ਔਰ ਨਵੀਂ ਸਰਕਾਰ ਬਣੀ ਆਮ ਆਦਮੀ ਪਾਰਟੀ ਦੀ, ਇਸੇ ਮੁੱਦੇ ਤੇ ਬਣੀਆਂ ਵੀ ਜਿਹੜੀਆਂ ਰਹਿੰਦੀਆਂ ਸਰਕਾਰਾਂ ਰਹੀਆਂ ਨੇ, ਅਕਾਲੀ ਦਲ ਰਿਹਾ ਜਾਂ ਕਾਂਗਰਸ ਰਹੀ ਆ, ਵੀ ਇਹਨਾਂ ਨੇ ਪੰਜਾਬ ਨੂੰ ਆਈ ਜਿਹੜਾ ਟਰਮ ਆ ਕਰਜ਼ੇ ਦੇ ਵਿੱਚ ਡੁੱਬਿਆ ਹੈ ਔਰ ਕਰਜ਼ਾ ਮੁਕਤੀ ਵੱਲ ਜਿਹੜਾ ਨਹੀਂ, ਕਰਜ਼ਾ ਵਧਾਉਣ ਵੱਲ ਜਿਹੜਾ ਹੋਏ ਨੇ। ਹਾਂ, ਇੱਕ ਚੁਣੌਤੀ ਜ਼ਰੂਰ ਇਹਨਾਂ ਅੱਗੇ, ਪਰ ਅਸੀਂ ਦੇਖਦੇ ਹਾਂ ਜੇ ਹੁਣ ਕਰਜ਼ਾ ਵਾਲੀ ਸਟੇਟ ਆ ਜਿਹਦੇ ਤੇ ਸਿਰ ਤੇ ਕਰਜ਼ਾ ਹੈਗਾ, ਉਹਨੂੰ ਰਨ ਕਰਨ ਲਈ ਵੀ ਤੁਹਾਨੂੰ ਕਰਜ਼ਾ ਲੈਣਾ ਪੈਂਦਾ, ਕਿਉਂਕਿ ਪਹਿਲੇ 3 ਮਹੀਨੇ ਦੇ ਵਿੱਚ ਇਹਨਾਂ ਨੇ 8,000 ਕਰੋੜ ਦਾ ਕਰਜ਼ਾ ਲਿਆ ਆਮ ਆਦਮੀ ਪਾਰਟੀ ਨੇ। ਹਾਲੇ ਇਨੀਸ਼ੀਅਲ ਪੀਰੀਅਡ ਆ, ਹਾਲੇ ਇਹਨਾਂ ਦੇ 2 ਸਾਲ 3 ਸਾਲ ਤੋਂ ਬਾਅਦ ਇਹਨਾਂ ਦੀ ਐਨਾਲਿਸਿਸ ਕਰ ਸਕਾਂਗੇ ਵੀ ਇਹਨੇ ਪੰਜਾਬ ਨੂੰ ਕਰਜ਼ੇ 'ਚੋਂ ਕੱਢਣ ਦੇ ਲਈ ਕਿੰਨੇ ਕੁ ਯਤਨ ਕੀਤੇ ਨੇ ਔਰ ਯਤਨ ਕਿੰਨੇ ਕੁ ਫਰੂਟਫੁਲ ਹੋਏ ਨੇ। ਫ੍ਰੀ ਦਾ ਰਾਸ਼ਨ, ਫ੍ਰੀ ਦੀ ਬਿਜਲੀ ਔਰ ਮਹਿਲਾਵਾਂ ਨੂੰ ਜੋ ਇਹਨਾਂ ਦੇ ਮਾਸਿਕ ਭੱਤਾ ਦੇ ਰਹੇ ਨੇ, ਕਿਤੇ ਨਾ ਕਿਤੇ ਸੂਬੇ ਦੀ ਜੋ ਰੈਵਨਿਊ ਆ ਉਸ 'ਤੇ ਕਿਤੇ ਨਾ ਕਿਤੇ ਢਾਹ ਲੱਗ ਰਹੀ ਹੈ। ਅੱਜ ਦੇਖੋ ਜੀ, ਪ੍ਰਧਾਨ ਮੰਤਰੀ ਨੇ ਵੀ ਕਿਹਾ, ਚਾਹੇ ਪ੍ਰਧਾਨ ਮੰਤਰੀ ਕੋਈ ਵੀ ਪਾਰਟੀ ਹੈ, ਚਾਹੇ ਉਹਨਾਂ ਨੇ ਵੀ ਜਿਹੜੇ ਫਰੀਬੀਜ਼ ਦੇ ਕੇ, ਮੁਫਤ ਦੀਆਂ ਸਹੂਲਤਾਂ ਦੇ ਕੇ ਚੋਣਾਂ ਜਿੱਤੀਆਂ ਨੇ, ਪਰ ਅੱਜ ਉਹਨਾਂ ਦਾ ਇੱਕ ਕੰਡੈਮ ਆ ਬਈ ਜਿਹੜਾ ਫਰੀਬੀਜ਼ ਨੇ ਇਹ ਹਮੇਸ਼ਾ ਲਈ ਜਿਹੜੀਆਂ ਚੰਗੀਆਂ ਨਹੀਂ ਹੈਗੀਆਂ। ਲੋਕਾਂ ਨੂੰ ਆਦਤ ਪਾਓ, ਲੋਕਾਂ ਦੀ ਇਨਕਮ ਵਧਣ, ਇੱਦਾਂ ਦੇ ਸੋਰਸਸ ਦਿਓ, ਲੋਕਾਂ ਨੂੰ ਇੱਦਾਂ ਦੇ ਮੌਕੇ ਦਿਓ, ਲੋਕਾਂ ਨੂੰ ਰੁਜ਼ਗਾਰ ਹੋਵੇ, ਲੋਕਾਂ ਨੂੰ ਐਜੂਕੇਸ਼ਨ ਹੋਵੇ, ਲੋਕਾਂ ਨੂੰ ਆਪਣੇ ਪੈਰਾਂ ਸਿਰ ਖੜ੍ਹੇ ਹੋਣ ਦਾ ਸਿਸਟਮ ਇੱਕ ਦਿੱਤਾ ਜਾਵੇ ਜਿਹਦੇ ਤੋਂ ਉਹ ਅਰਨਿੰਗ ਕਰ ਸਕੇ। ਅਤੇ ਇਸ ਕਰਕੇ ਆ ਵੀ ਜਿਹੜੇ ਫਰੀਬੀਜ਼ ਨੇ ਇਹ, ਕਿਉਂਕਿ ਸਰਕਾਰ ਤਾਂ ਉਲਝ ਕੇ ਰਹਿ ਗਈ ਆ ਵੀ ਬਿਜਲੀ ਜਿਹੜੀ ਦੇਣੀ ਆ, ਪਹਿਲਾਂ ਕਹਿੰਦੇ ਸੀ ਅਸੀਂ ਥੋੜ੍ਹੇ ਲੋਕਾਂ ਨੂੰ ਦੇਣੀ ਆ, ਅਸੀਂ ਲੋੜਵੰਦਾਂ ਨੂੰ ਦੇਣੀ ਆ, ਅਸੀਂ ਇੱਕ ਸਰਟਨ ਜਿਹੜੀ ਇੱਕ ਕਲਾਸ ਨੂੰ ਦੇਣੀ ਆ, ਜਾਂ ਵੀ ਜਿਹੜੇ ਆ ਸਮਝ ਲਓ ਵੀ ਬਿਲੋ ਪਾਵਰਟੀ ਲਾਈਨ ਆ ਉਸ ਵਰਗ ਨੂੰ ਦੇਣੀ ਆ, ਜਾਂ ਕੁਛ ਕਾਸਟਸ ਨੂੰ ਦੇਣੀ ਆ ਜਿਹੜੀਆਂ ਕਿ ਇਕਨੋਮਿਕਲੀ ਬੈਕਵਰਡ ਸਮਝੀ ਜਾਂਦੀਆਂ ਨੇ, ਪਛੜ ਗਈਆਂ ਨੇ। ਪਰ ਇਹ ਆ ਵੀ ਹੁਣ ਫਸੇ ਹੋਏ ਨੇ। ਹੁਣ ਜਿਹੜੀਆਂ ਕਿਉਂਕਿ ਚੋਣਾਂ ਤਾਂ ਆਉਂਦੀਆਂ ਰਹਿਣੀਆਂ ਨੇ, ਕਾਰਪੋਰੇਸ਼ਨ ਦੀਆਂ ਚੋਣਾਂ ਨੇ ਸਾਡੇ ਸਿਰ ਦੇ ਉੱਤੇ, ਫਿਰ 2024 ਦੇ ਵਿੱਚ ਸਾਡੀਆਂ ਪਾਰਲੀਮੈਂਟ ਚੋਣਾਂ ਨੇ, ਅਤੇ ਉਹ ਲੋਕ ਜਿਹੜੇ ਨੇ ਫਿਰ ਉਹ ਰਿਸਪੌਂਡ ਕਰਦੇ ਨੇ ਉਸ ਹਿਸਾਬ ਦੇ ਨਾਲ। ਜੇ ਹੁਣ ਇਸ ਤਰ੍ਹਾਂ ਹੀ ਜਿਹੜੇ ਨੇ ਸਰਕਾਰ ਦਾ ਜਿਹੜਾ ਖਜ਼ਾਨਾ ਉਹ ਜਾਂਦਾ ਰਹੇਗਾ ਹਜ਼ਾਰਾਂ ਕਰੋੜਾਂ ਦੇ ਵਿੱਚ, ਤਾਂ ਫਿਰ ਜਿਹੜੀ ਕਰਜ਼ੇ ਨਾਲ ਜੂਝਦੀ ਸਟੇਟ ਆ ਉਹਦੀ ਜਿਹੜੀ ਤਰੱਕੀ ਜਾਂ ਉਹਦਾ ਕਰਜ਼ਾ ਮੁਕਤ ਹੋਣ ਦੀ ਰਫ਼ਤਾਰ ਜਿਹੜੀ ਹੋਰ ਲੰਬੀ ਹੋ ਜਾਂਦੀ। ਸ਼੍ਰੀਲੰਕਾ ਦੇ ਵਿੱਚ ਜੋ ਇਸ ਟਾਈਮ ਕਰਜ਼ੇ ਦੀ ਮਾਰ ਚੱਲਦੀ ਪਈ ਹੈ, ਕਰਜ਼ਾ ਇੰਨਾ ਵੱਡਾ ਕਰਜ਼ਾ ਲਿਆ ਜਿਸ ਨੂੰ ਕਿ ਚੁਕਾ ਨਹੀਂ ਪਾ ਰਹੇ, ਉਸ ਕਰਜ਼ੇ ਦਾ ਸਾਡੇ ਕੇਂਦਰ ਸਰਕਾਰ ਭਾਰਤ ਦੇ ਉੱਪਰ ਜਾਂ ਸੂਬਾ ਸਰਕਾਰ ਦੇ ਉੱਪਰ ਕੀ ਅਸਰ ਪੈ ਸਕਦਾ?
ਦੇਖੋ ਮੈਂ ਪਹਿਲਾਂ ਵੀ ਦੱਸ ਚੁੱਕਿਆ, ਜਿਹੜਾ ਸਿਸਟਮ ਆ ਪੋਲੀਟੀਕਲ, ਜਿਹੜਾ ਪ੍ਰਣਾਲੀ ਆ ਚੁਣਨ ਦੀ ਨਾ, ਉਹ ਵੱਖਰੀ ਆ। ਅਸੀਂ ਡੈਮੋਕ੍ਰੈਟਿਕ ਆ, ਉਹ ਵੀ ਡੈਮੋਕ੍ਰੈਟਿਕ ਨੇ, ਤੇ ਲੇਕਿਨ ਸਾਡਾ ਸਿਸਟਮ ਜਿਹੜਾ ਇਹ ਵੱਖਰਾ ਹੈ, ਤੇ ਅਸਰ ਜਿਹੜਾ ਨਹੀਂ ਪੈ ਸਕਦਾ ਕਿਉਂਕਿ ਇੱਕ ਛੋਟੀ ਇਕੋਨਮੀ ਹੈ ਇੰਡੀਆ ਦੀ ਇਕੋਨਮੀ ਦੇ ਮੁਕਾਬਲੇ। ਦੂਸਰਾ ਇਹ ਵੀ ਹਾਂ, ਸਬਕ ਜ਼ਰੂਰ ਲੈ ਸਕਦੇ ਨੇ ਜਿਹੜੀਆਂ ਸਾਡੀਆਂ ਸਟੇਟਸ ਨੇ, ਜਿਹੜੀਆਂ ਹੁਣ ਕਰਜ਼ੇ ਦੀ ਮਾਰ ਥੱਲੇ ਨੇ, ਉਹ ਇੱਕ ਸਬਕ ਲੈ ਸਕਦੀਆਂ ਨੇ ਅਗਰ ਅਸੀਂ ਇਸ ਨੂੰ ਸੌਰਟ ਆਊਟ ਕਰਨ ਦੇ ਲਈ ਕੋਈ ਠੋਸ ਪਲਾਨਿੰਗ ਨਾ ਲਿਆਂਦੀ, ਜਾਂ ਇਸ ਨੂੰ ਖਤਮ ਕਰਨ ਦੇ ਲਈ ਅਸੀਂ ਪਹਿਲ ਕਦਮੀਆਂ ਨਾ ਕੀਤੀਆਂ ਜਿਹੜੀਆਂ ਕਿ ਲੋੜੀਂਦੀਆਂ ਨੇ, ਤਾਂ ਫਿਰ ਇਹ ਜਿਹੜੇ ਕ੍ਰਾਈਸਿਸ ਤੱਕ ਪਹੁੰਚਣ ਨੂੰ ਬਾਹਲਾ ਸਮਾਂ ਨਹੀਂ ਲੱਗੇਗਾ। ਇਹ ਸਮਝ ਲਓ ਬਰੂਹਾਂ 'ਤੇ ਹੀ ਖੜਾ ਸਾਨੂੰ ਨਜ਼ਰ ਆਏਗਾ। 3 ਲੱਖ ਕਰੋੜ ਦਾ ਕਰਜ਼ਾ ਸਾਡੀ ਸਟੇਟ ਦੇ ਲਈ। ਹਾਂ, ਇੰਡੀਅਨ ਇਕੋਨਮੀ ਜਿਹੜੀ ਆ ਬੜੀ ਸਾਊਂਡ ਇਕੋਨਮੀ ਆ, ਬੜੀ ਸੋਰਸਫੁਲ ਇਕੋਨਮੀ ਆ। ਸਾਡੀ ਆਬਾਦੀ ਬਹੁਤ ਹੈ ਇੱਥੇ, ਸਾਡੇ ਕੋਲ ਮੈਨ ਪਾਵਰ ਬਹੁਤ ਆ, ਸਾਡੇ ਕੋਲ ਰਿਸੋਰਸਸ ਜਿਹੜੇ ਨੇ ਉਹ ਐਕਸਪਲੋਇਟ ਕਰਨ ਵਾਲੇ ਹਲੇ ਹੋਰ ਬਹੁਤ ਪਏ ਨੇ, ਹੈ ਨਾ। ਅਤੇ ਇਸ ਤਰ੍ਹਾਂ ਕਰਕੇ ਕਿਉਂਕਿ ਜਿਹੜਾ ਫੇਜ਼ ਆ ਇੰਡੀਆ ਇਹ ਕਰ ਰਿਹਾ, ਡਿਵੈਲਪਿੰਗ ਫੇਜ਼ 'ਤੇ ਜਾ ਰਿਹਾ ਹੁਣ ਇਸ ਟਾਈਮ, ਹੈ ਨਾ। ਡਿਵੈਲਪਿੰਗ ਕੰਟਰੀਆਂ ਦੇ ਮੁਕਾਬਲੇ ਤੇ ਉੱਤੇ ਜਾਏਗਾ ਕਿਸੇ ਟਾਈਮ, ਅਤੇ ਉਹਨਾਂ ਲਈ ਮਤਲਬ ਕੋਈ ਸਾਡੇ ਇੱਥੇ ਵੱਡੀ ਚੁਣੌਤੀ ਨਹੀਂ ਹੈਗੀ। ਇਹ ਚੱਲਦਾ ਰਹੇਗਾ ਕਿਉਂਕਿ ਸਾਡਾ ਜਿਹੜਾ ਟਰੇਡ ਆ ਉਹ ਸ਼੍ਰੀਲੰਕਾ ਦੇ ਨਾਲ ਜਿਹੜਾ ਘੱਟ ਆ। ਪਰ ਸਾਨੂੰ ਜਿਹੜਾ ਉਹਨਾਂ ਤੋਂ ਖਤਰਾ ਸੀ ਕਿ ਚਾਈਨਾ ਨੇ 20 ਸਾਲ ਜਿਹੜਾ ਉਹਨਾਂ ਨੂੰ ਸਪੋਂਸਰ ਕੀਤਾ, ਉਹਨਾਂ ਦੀ ਇਨਫਰਾਸਟਰਕਚਰ ਨੂੰ, ਰੋਡਸ ਨੂੰ, ਜਾਂ ਹੋਰ ਇਸ ਤਰ੍ਹਾਂ ਦੇ ਜਿਹੜੇ ਕੰਕਰੀਟ ਜਿਹੜੇ ਪ੍ਰੋਜੈਕਟ ਨੇ, ਉਸ ਤੋਂ ਉਹਨਾਂ ਦੀ ਆੜ ਦੇ ਵਿੱਚ ਉਹ ਸਾਡੇ ਲਈ ਇੱਕ ਜਿਸ ਤਰ੍ਹਾਂ ਬੰਦਰਗਾਹ, ਜਿਸ ਤਰ੍ਹਾਂ ਪਹਿਲਾਂ ਪਾਕਿਸਤਾਨ ਲਈ ਕੀਤਾ ਇਹਨਾਂ ਨੇ, ਤਾਂ ਸਾਡੇ ਲਈ ਇੱਕ ਸਟ੍ਰੈਟਜਿਕ ਪੁਆਇੰਟ ਜਿਹੜਾ ਉਹ ਇੱਥੇ ਮਿੱਥ ਸਕਦਾ ਸੀ ਕਿ ਇੰਡੀਆ ਨੂੰ ਕਾਊਂਟਰ ਕਰਨ ਦੇ ਲਈ ਸ਼੍ਰੀਲੰਕਾ ਦੇ ਵਿੱਚ ਉਹ ਕੋਈ ਪੋਰਟ ਜਿਹੜੀ ਆ ਉਹ ਤੋਂ ਲਿਖਵਾ ਸਕਦਾ ਸੀ, ਜਾਂ ਇਸ ਤਰ੍ਹਾਂ ਦਾ ਸਟ੍ਰੈਟਜਿਕ ਪੁਆਇੰਟ ਲੈ ਸਕਦਾ ਸੀ ਜਿੱਥੋਂ ਸਾਡੀ ਨੇਵੀ ਦੇ ਉੱਤੇ ਜਾਂ ਇੰਡੀਆ ਦੇ ਉੱਤੇ ਉਹ ਮਾਰ ਕਰ ਸਕੇ। ਕੀ ਸ਼੍ਰੀਲੰਕਾ ਆਪਣੇ ਇਸ ਆਰਥਿਕ ਹਾਲਾਤਾਂ ਉੱਪਰ ਉੱਭਰ ਸਕਦਾ ਹੈ? ਦੇਖੋ, ਉੱਭਰਨਾ ਤਾਂ ਹੈਗਾ ਅਗਰ ਮੈਨੇਜਮੈਂਟ ਉਹਨਾਂ ਦੀ ਪੋਲੀਟੀਕਲ, ਮੈਂ ਪਹਿਲਾਂ ਹੀ ਦੱਸਿਆ, ਅਗਰ ਆਲ ਪਾਰਟੀ ਮੀਟ ਜਿਹੜੀ ਆ ਸਹਿਮਤ ਹੋ ਗਿਆ ਆਲ ਪਾਰਟੀ ਸਰਕਾਰ ਬਣਾਉਣ ਦੇ ਲਈ, ਮੰਗ ਉੱਠ ਰਹੀ ਹੈ ਕਿ ਆਲ ਪਾਰਟੀ ਸਰਕਾਰ ਹੋਵੇ, ਸਾਰੀਆਂ ਧਿਰਾਂ ਨੂੰ ਨੁਮਾਇੰਦਗੀ ਮਿਲੇ, ਸਾਰੀਆਂ ਧਿਰਾਂ ਦੇਸ਼ ਦੇ ਲਈ ਜਿਹੜੀ ਹੈ ਇਹਨੂੰ ਕ੍ਰਾਈਸਿਸ 'ਚੋਂ ਕੱਢਣ ਦੇ ਲਈ, ਜੋ ਬੈਂਕਰਪਟੇਬਲ ਹੁਣ ਹੋ ਗਿਆ ਵਾ, ਅਤੇ ਉਸ 'ਚੋਂ ਕੱਢਣ ਦੇ ਲਈ ਯਤਨ ਕਰਨ। ਜੇ ਕਰਨਗੇ ਸੁਹਿਰਦ ਤਰੀਕੇ ਨਾਲ ਆਪਣੀ ਇਕੋਨਮੀ ਲਈ, ਫਿਰ ਕੁਛ ਦੇਸ਼ ਜਿਹੜੇ ਨੇ ਸੁਹਿਰਦ ਤਰੀਕੇ ਨਾਲ, ਜਿਸ ਤਰ੍ਹਾਂ ਮਾਨਵੀ ਆਧਾਰ ਦੇ ਉੱਤੇ ਅਸੀਂ ਵੀ ਉਹਨੂੰ ਸਪੋਰਟ ਕਰਦੇ ਹਾਂ, ਹੋਰ ਵੀ ਜਿਹੜੇ ਦੇਸ਼ ਨੇ ਕਰਨਗੇ ਤਾਂ ਨਿਸ਼ਚੈ ਹੈ ਫਿਰ ਨਿਕਲ ਜਾਣਗੇ। ਇਹ 2024 ਤੱਕ ਇਹਨਾਂ ਦੀ, ਨਵੰਬਰ 2024 ਤੱਕ ਇਹਨਾਂ ਦੀ ਟਰਮ ਹੈ ਰਾਸ਼ਟਰਪਤੀ ਦੀ ਜਿਹੜੀ, ਅਗਰ ਬਣਦੇ ਨੇ ਉਹ ਕੋਈ ਸਰਬਪ੍ਰਵਾਨਿਤ, ਤਾਂ ਫਿਰ ਮੈਨੂੰ ਲੱਗਦਾ ਵੀ ਜ਼ਰੂਰ ਇਹ 'ਚੋਂ ਕ੍ਰਾਈਸਿਸ 'ਚੋਂ ਕੱਢ ਲੈਣਗੇ। ਜਿਸ ਤਰ੍ਹਾਂ ਕਿ ਪਤਾ ਹੈ ਕਿ ਰਾਜਪਕਸ਼ੇ ਜੋ ਪਰਿਵਾਰ ਹੈ ਉਸ ਦੀਆਂ ਗਲਤ ਨੀਤੀਆਂ ਦਾ ਬਹੁਤ ਜ਼ਿਆਦਾ ਅਸਰ ਪਿਆ ਸ਼੍ਰੀਲੰਕਾ ਦੇ ਆਰਥਿਕ ਹਾਲਾਤਾਂ ਦੇ ਉੱਪਰ, ਕੀ ਕਹਿ ਰਹੇ ਹੋ ਉਸ ਬਾਰੇ? ਅਸੀਂ ਜਿਸ ਤਰ੍ਹਾਂ ਪਾਕਿਸਤਾਨ ਦੇ ਵਿੱਚ ਦੇਖਿਆ, ਨਵਾਜ਼ ਸ਼ਰੀਫ ਜਿਹੜਾ ਨਵਾਜ਼ ਪਰਿਵਾਰ ਆ, ਸ਼ਰੀਫ ਪਰਿਵਾਰ ਆ, ਉਹਨਾਂ ਦਾ ਜਿਹੜਾ ਪੰਜਾਬ ਉਸ ਤੋਂ ਬਾਅਦ ਪਾਕਿਸਤਾਨ ਦੇ ਉੱਤੇ ਗਲਬਾ ਰਿਹਾ ਪਾਲਿਸੀ ਬਣਾਉਣ ਦੇ ਵਿੱਚ, ਇਸੇ ਤਰ੍ਹਾਂ ਹੀ ਇੱਥੇ ਸੀਗਾ। ਇੱਥੇ ਮਤਲਬ ਜੇ ਕਹਿ ਲਈਏ ਵੀ 70% ਜਿਹੜਾ ਫਾਈਨਾਂਸ ਆ ਦੇਸ਼ ਦਾ ਉਹ ਰਾਜਪਕਸੇ ਬ੍ਰਦਰਜ਼ ਦੇ ਕੰਟਰੋਲ 'ਚ ਸੀ। ਔਰ ਜਿਸ ਤਰ੍ਹਾਂ ਗੋਟਾਬਾਇਆ ਰਾਜਪਕਸੇ ਰਾਸ਼ਟਰਪਤੀ ਸੀਗੇ, ਔਰ ਇਹਨਾਂ ਦਾ ਭਰਾ ਪ੍ਰਧਾਨ ਮੰਤਰੀ ਰਿਹਾ, ਅਤੇ ਮਹਿੰਦਾ ਰਾਜਪਕਸੇ, ਇਸ ਤਰ੍ਹਾਂ ਹੀ ਬਾਸਲ ਰਾਜਪਕਸੇ ਉਹ ਰਿਹਾ ਫਾਈਨਾਂਸ ਮਿਨਿਸਟਰ। ਮਤਲਬ ਤੁਸੀਂ ਦੇਖੋ ਵੀ ਇੱਕ ਕੰਟਰੀ ਦੇ, ਇੱਕ ਦੇਸ਼ ਦੇ 3 ਪ੍ਰਮੁੱਖ ਜਿਹੜੀਆਂ ਅਹੁਦੇ ਨੇ ਉਹ ਇਹਨਾਂ ਭਰਾਵਾਂ ਦੇ ਕੋਲ ਸੀਗੇ। ਇਹਨਾਂ ਦਾ ਪ੍ਰਭਾਵ ਸੀ ਬਹੁਤ, ਔਰ ਚਾਈਨਾ ਦੇ ਨਾਲ ਇਹਨਾਂ ਦੀ ਗੱਲਬਾਤ ਸੀਗੀ ਅੱਛੀ, ਮਤਲਬ ਚਾਈਨਾ ਤੋਂ ਲਿਆਉਂਦੇ ਸੀ ਸਪੋਰਟ ਇਹ, ਅਤੇ ਚਾਈਨਾ ਦੇ ਅਨੁਸਾਰ ਹੀ ਪਾਲਿਸੀਆਂ ਬਣਦੀਆਂ ਸੀ। ਅਤੇ ਇਸ ਤਰ੍ਹਾਂ ਕਰਕੇ ਇਹ ਜਿਹੜਾ ਪਰਿਵਾਰਵਾਦ ਸਿਆਸਤ ਦੇ ਵਿੱਚ, ਔਰ ਭ੍ਰਿਸ਼ਟਾਚਾਰ ਔਰ ਲਾਲਚ ਜਿਹੜਾ ਵਧਣ ਦਾ, ਵੀ ਇੱਕ ਤਾਂ ਸੱਤਾ ਦੇ ਉੱਤੇ ਕਾਬਜ਼ ਹੋਣ ਦਾ, ਦੂਸਰਾ ਆਪਣੇ ਹਿਸਾਬ ਦੇ ਨਾਲ ਪਰਿਵਾਰਕ ਦੀਆਂ ਰੁਚੀਆਂ ਅਨੁਸਾਰ, ਪਰਿਵਾਰਕ ਦੀ ਜਿਹੜੀ ਪਹਿਲ ਅਨੁਸਾਰ ਜਿਹੜਾ ਦੇਸ਼ ਦੀਆਂ ਪਾਲਿਸੀਆਂ ਨੂੰ ਜਿਹੜਾ ਅੰਜਾਮ ਦੇਣਾ, ਜਾਂ ਇੰਟਰਨੈਸ਼ਨਲ ਅਕੋਰਡ ਕਰਨੇ, ਸਮਝੌਤੇ ਕਰਨੇ, ਉਸ ਕਰਕੇ ਜਿਹੜਾ ਇਹ ਡੁੱਬਿਆ। ਇੱਕ ਸਿਰਫ ਲਾਲਫੀਤਾਸ਼ਾਹੀ ਕਹਿ ਲਓ, ਭ੍ਰਿਸ਼ਟਾਚਾਰ ਕਹਿ ਲਓ, ਇੱਕ ਪਰਿਵਾਰਵਾਦ ਕਹਿ ਲਓ, ਇਸ ਨੇ ਇਸ ਸ਼੍ਰੀਲੰਕਾ ਨੂੰ ਹੁਣ ਜਿਹੜਾ ਦਿਵਾਲੀਆ ਦੇ ਕਗਾਰ ਦੇ ਉੱਤੇ ਲੈ ਕੇ ਆਉਂਦਾ। ਫ੍ਰੀ ਦੀ ਸਹੂਲਤਾਂ ਦੇ ਰਹੀ ਅਤੇ ਵੱਡੇ ਕਰਜ਼ੇ ਦੀ ਮਾਰ ਹੇਠਾਂ ਦੱਬੀ ਪੰਜਾਬ ਸਰਕਾਰ ਨੂੰ ਵੀ ਜ਼ਰੂਰਤ ਹੈ ਸ਼੍ਰੀਲੰਕਾ ਦੇ ਮੌਜੂਦਾ ਆਰਥਿਕ ਹਾਲਾਤਾਂ ਤੋਂ ਸਬਕ ਲੈਣ ਦੀ, ਤਾਂ ਜੋ ਪੰਜਾਬ ਦਾ ਭਵਿੱਖ ਅਤੇ ਪੰਜਾਬ ਦੇ ਨਾਗਰਿਕਾਂ ਦਾ ਭਵਿੱਖ ਅਤੇ ਬੱਚਿਆਂ ਦਾ ਭਵਿੱਖ ਸੁਰੱਖਿਅਤ ਰਹੇ। ਕੈਮਰਾਮੈਨ ਵਿਕਾਸ ਦੇ ਨਾਲ ਮੈਂ ਗੋਪਾਲ ਜਮਾਲਪੁਰੀ।